ਕੰਮ ਸ਼ੁਰੂ ਕੀਤਾ ਅਸੀਂ ਕੰਸਟਰਕਸ਼ਨ ਦਾ ਤੇ ਉਹਨੂੰ ਮਜ਼ਦੂਰਾਂ ਦੀ ਲੋੜ ਸੀ। ਉਹ ਅੱਡੇ ਦੇ ਵਿੱਚ ਟੁਰ ਗਿਆ, ਜਿਵੇਂ ਆ ਖਲੋਤੇ ਹੁੰਦੇ ਨੇ ਨਾ ਆਪਣਾ ਮਜ਼ਦੂਰ, ਵੀ ਸਾਨੂੰ ਕੋਈ ਲੈ ਜਾਈਏ ਦਿਹਾੜੀ ਤੇ ਅਸੀਂ ਮਿਹਨਤ ਮਜ਼ਦੂਰੀ ਕਰਕੇ ਤੇ ਆਟੇ ਦਾ ਪਾ ਕਮਾ ਲਈਏ। ਇਹ ਜਦੋਂ ਅੱਡੇ ਤੇ ਗਿਆ ਨਾ ਤੇ ਇਹਨੇ 2 ਮਜ਼ਦੂਰ ਉਥੋਂ ਲੈ ਲਏ ਤੇ ਉਹਨਾਂ ਨਾਲ ਗੱਲ ਕਰ ਲਈ ਵੀ ਕਿੰਨੀ ਦਿਹਾੜੀ ਲਓ ਦੇ। ਤੇ ਉਹਨਾਂ ਆਖਿਆ ਵੀ ਅਸੀਂ ਫਰਜ਼ ਕੀਤਾ ਵੀ ਅਸੀਂ 800 ਰੁਪਇਆ ਲੈਣਾ ਦਿਹਾੜੀ। ਜਦੋਂ ਲਿਆ ਕੇ ਉਹਨੇ ਕੰਮ ਤੇ ਲਾ ਲਏ ਨਾ ਤੇ ਉਹਨੇ ਵੇਖਿਆ ਕਿ ਇਹਨਾਂ ਕੋਲੋਂ ਸ਼ਾਮ ਤੱਕ 2 ਮਜ਼ਦੂਰਾਂ ਕੋਲੋਂ ਕੰਮ ਨਹੀਂ ਮੁੱਕਣਾ। ਜਦੋਂ ਵੱਜੇ ਨਾ 10 ਦਿਹਾੜੀ ਦੇ ਤੇ ਉਹ ਫੇਰ ਅੱਡੇ 'ਚ ਟੁਰ ਗਿਆ। ਕੋਈ ਮਜ਼ਦੂਰ ਨਾ ਦੇਰ ਤੱਕ ਅੱਡੇ 'ਚ ਬੈਠੇ ਰਹਿੰਦੇ ਨੇ, 11-12 ਵਜੇ ਤੱਕ ਵੀ ਹੋ ਰਹੇ ਕੋਈ ਲੈ ਆਈਏ। ਇਹਨੇ ਉੱਥੋਂ 2 ਮਜ਼ਦੂਰ ਹੋਰ ਲੈ ਆਂਦੇ, 4 ਮਜ਼ਦੂਰ ਹੋ ਗਏ। ਇਸ ਬੰਦੇ ਨੇ ਉਹਨਾਂ ਨੂੰ ਰੋਟੀ ਦਿੱਤੀ, ਚਾਹ ਦਿੱਤੀ, ਸਿਗਰਟ ਪਾਣੀ ਜੋ ਖਾਂਦੇ ਪੀਂਦੇ ਸਨ। ਸੋਹਣਾ, ਮੇਰਾ ਮਤਲਬ ਉਹਨਾਂ ਦੇ ਨਾਲ ਅੱਛਾ ਸਲੂਕ ਕੀਤਾ। 4 ਬੰਦੇ ਹੋ ਗਏ। ਜਦੋਂ ਵਜੇ ਨਾ 2:30 ਤੇ ਇਹਨੇ ਹਿਸਾਬ ਲਾਇਆ ਵੀ ਇਹਨਾਂ 4 ਬੰਦਿਆਂ ਕੋਲੋਂ ਵੀ ਕੰਮ ਨਹੀਂ ਮੁੱਕਣਾ। ਉਹ 2 ਮਜ਼ਦੂਰ ਹੋਰ ਲੈ ਆਇਆ, 6 ਮਜ਼ਦੂਰ ਹੋ ਗਏ। ਹੁਣ 800 ਰੁਪਇਆ ਇਹਨੇ ਤੈਅ ਕੀਤਾ ਸੀ ਸਾਰਿਆਂ ਨਾਲ ਮਜ਼ਦੂਰੀ ਦਾ। ਜਦੋਂ ਉਹ 2:30 ਵਜੇ ਵਾਲੇ ਆਏ ਨਾ ਮਜ਼ਦੂਰ ਤੇ 6 ਬੰਦੇ ਹੋ ਗਏ ਨਾ, ਕੰਮ ਹਿੱਲਾ ਮਾਰਿਆ ਤੇ ਪਿਛਲੇ ਟਾਈਮ ਤੱਕ ਕੰਮ ਮੁੱਕ ਗਿਆ। ਹੁਣ ਉਹ ਜਿਹੜੇ ਸਵੇਰ ਵਾਲੇ ਆਏ ਸਨ ਨਾ, ਤੈਅ ਤੇ ਉਹਨਾਂ ਨਾਲ 800 ਰੁਪਇਆ ਹੋਇਆ ਸੀ ਨਾ। ਇਹਨੇ ਉਹਨਾਂ 2 ਮਜ਼ਦੂਰਾਂ ਨੂੰ 800 ਰੁਪਇਆ ਮਜ਼ਦੂਰੀ ਦਿੱਤੀ, ਲਾਈਨ 'ਚ ਖਿਲਾਰ ਲੈ ਨਾ। ਤੇ ਸਵੇਰ ਵਾਲਿਆਂ ਨੂੰ ਉਹਨੇ 800 ਰੁਪਇਆ ਮਜ਼ਦੂਰੀ ਦਿੱਤੀ ਤੇ 200 ਰੁਪਇਆ ਉਹਨਾਂ ਨੂੰ ਨਾਮ ਦਿੱਤਾ ਵੀ ਤੁਹਾਡੀ ਮਿਹਰਬਾਨੀ। ਤੇ ਬੜੇ ਰਾਜ਼ੀ, ਪੁੱਠੀਆਂ ਛਾਲਾਂ ਮਾਰਨ ਵੀ ਕਿੱਡਾ ਚੰਗਾ ਬੰਦਾ ਹੈ। ਨਾਲੇ ਰੋਟੀ ਦਿੱਤੀ ਸੂ, ਨਾਲੇ ਚਾਹ ਪਿਆਈ ਸੂ, ਨਾਲੇ ਮੇਰਾ ਮਤਲਬ ਹੈ ਸਾਨੂੰ ਆ ਸਿਗਰਟ ਪਾਣੀ ਦਿੱਤਾ ਸੂ, ਤੇ ਦਿਹਾੜੀ ਵੀ ਪੂਰੀ ਦਿੱਤੀ ਸੂ ਤੇ ਉੱਤੇ 200 ਰੁਪਇਆ ਵੀ ਦਿੱਤਾ ਸੂ। ਚਲੋ ਬੜੇ ਰਾਜ਼ੀ, ਆਖਣ ਵੀ ਮਹਾਰਾਜ ਸ਼ੁਕਰੀਆ ਭਾਈ, ਮਾਲਕੋ ਮਿਹਰਬਾਨੀ। ਉਹਨੇ ਕੀ ਕੀਤਾ, ਜਿਹੜੇ ਦੂਜੇ 10 ਵਜੇ ਮਜ਼ਦੂਰ ਲਿਆਂਦੇ ਸਨ ਉਹਨਾਂ ਨੂੰ ਵੀ ਉਹਨੇ 800 ਰੁਪਇਆ ਦਿੱਤਾ ਤੇ 200 ਰੁਪਇਆ ਉਹਨਾਂ ਨੂੰ ਵੀ ਦੇ ਹੜਿਆ। ਹੁਣ ਇਹ ਜਿਹੜੇ ਸਵੇਰੇ ਆਏ ਸਨ ਇਹ ਪਰੇਸ਼ਾਨ ਹੋ ਗਏ ਤੇ ਉਹ ਛਾਲਾਂ ਮਾਰਨ ਪੁੱਠੀਆਂ ਬਈ ਅਸੀਂ ਆਏ 10 ਵਜੇ ਹਾਂ, ਦਿਹਾੜੀ ਵੀ ਪੂਰੀ ਮਿਲ ਗਈ ਹੈ, ਰੋਟੀ ਪਾਣੀ ਚਾਹ ਸਿਗਰਟ ਹਰ ਸ਼ੈ ਲੱਭੀ ਹੈ, ਤੇ ਮੇਰਾ ਮਤਲਬ ਹੈ 200 ਰੁਪਇਆ ਉੱਤੇ ਵੀ ਦੇ ਹੜੇ। ਇਹ ਤੇ ਪੁੱਠੀਆਂ ਛਾਲਾਂ ਮਾਰਨ। ਉਹ ਪਰੇਸ਼ਾਨ ਹੋ ਗਏ। ਚਲੋ ਇਹ ਜਿਹੜੇ 4 ਵਜੇ 2 ਵਜੇ ਮਜ਼ਦੂਰ ਲਿਆਂਦੇ ਹਨ, ਆਖਰੀ 2, ਇਹਨੇ ਉਹਨਾਂ ਨੂੰ ਵੀ ਨਾ 800 ਰੁਪਇਆ ਦੇ ਛੜਿਆ ਤੇ 200 ਰੁਪਇਆ ਉਹਨਾਂ ਨੂੰ ਵੀ ਦੇ ਛੜਿਆ। ਹੁਣ ਇਹ ਜਿਹੜੇ ਛਾਲਾਂ ਮਾਰਦੇ ਹਨ ਨਾ 10 ਵਜੇ ਵਾਲੇ, ਇਹ ਵੀ ਪਰੇਸ਼ਾਨ ਹੋ ਗਏ ਵੀ ਇਹ ਤੇ ਆਏ 2 ਵਜੇ ਨੇ, ਇਹਨਾਂ ਦਾ 800 ਬਣਦਾ ਤੇ ਨਹੀਂ ਸੀ ਤੇ 200 ਉੱਤੇ ਵੀ ਇਹਨਾਂ ਨੂੰ, ਤੇ ਜਿਹੜੇ ਉਹ ਸਵੇਰੇ ਆ ਕੇ ਲੱਗੇ ਹਨ ਉਹ ਤੇ ਮਰ ਗਏ ਨਾ ਵਿਚਾਰੇ ਹੁਣ ਜੀ। ਇਸ ਬੰਦੇ ਨੇ ਉਹਨਾਂ 4 ਬੰਦਿਆਂ ਨੂੰ ਪੁੱਛਿਆ, ਓਏ ਤੁਸੀਂ ਕਿਹੜੀ ਗੱਲ ਤੋਂ ਪਰੇਸ਼ਾਨ ਹੋ? ਕਹਿੰਦੇ ਨਹੀਂ ਸਰ ਜੀ ਕੋਈ ਪਰੇਸ਼ਾਨੀ ਨਹੀਂ। ਉਹ ਆਖਿਆ ਮੈਂ ਸਮਝ ਗਿਆ। ਉਹ ਜਿਵੇਂ ਉਹ ਕਦੇ ਚੱਲਦਾ ਸੀ ਨਾ ਪ੍ਰੋਗਰਾਮ ਟੀਵੀ ਦੇ ਉੱਤੇ ਕਿ ਕੋਈ ਦੇਖੇ ਨਾ ਦੇਖੇ ਸ਼ਬੀਰ ਤੋਂ ਦੇਖੇਗਾ। ਉਹਨੇ ਆਖਿਆ ਕੋਈ ਸਮਝੇ ਨਾ ਸਮਝੇ, ਮੈਂ ਤਾਂ ਸਮਝ ਗਿਆ ਤੁਹਾਨੂੰ ਅਸਲੀ ਮੌਤ ਕੀ ਹੈ। ਤੈਨੂੰ ਆਖਿਆ ਕੀ ਗੱਲ, ਮੂੰਹ ਕਿਉਂ ਲਮਕਾ ਗਏ? ਤੁਹਾਨੂੰ ਪੈਸੇ ਪੂਰੇ ਲੱਭੇ? ਹਾਂਜੀ ਪੂਰੇ ਲੱਭੇ ਨੇ। ਤੈਨੂੰ ਆਖਿਆ ਉੱਤੇ ਪੈਸੇ ਤੁਹਾਨੂੰ ਦਿੱਤੇ ਨੇ? ਦਿੱਤੇ ਨੇ। ਤੈਨੂੰ ਆਖਿਆ ਹੁਣ ਮੂੰਹ ਕਿਉਂ ਲਮਕਾਏ ਜੇ, ਕੋਈ ਪਰੇਸ਼ਾਨੀ ਜੇ? ਆਂਦੇ ਨਹੀਂ। ਤੇ ਉਸ ਆਖਿਆ ਮੈਂ ਤੁਹਾਨੂੰ ਦੱਸਣਾ ਤੁਹਾਨੂੰ ਪਰੇਸ਼ਾਨੀ ਕੀ ਹੈ। ਤੁਹਾਨੂੰ ਅਸਲ ਮੌਤ ਇਹ ਪਈ ਹੈ ਕਿ ਸਾਨੂੰ ਤੇ ਜਿਹੜੇ ਲੱਭੇ ਨੇ ਇਹ 2 ਵਜੇ ਵਾਲਿਆਂ ਨੂੰ ਕਿਉਂ ਪੈਸੇ ਲੱਭੇ? ਸਾਡੇ ਜੀ ਨੇ ਇਹਨਾਂ ਨੂੰ ਲੱਭ ਗਏ। ਤੁਹਾਨੂੰ ਆਪਣੀ ਪਰੇਸ਼ਾਨੀ ਕੋਈ ਨਹੀਂ, ਤੁਹਾਨੂੰ ਉਹਨਾਂ ਦੀ ਖੁਸ਼ੀ ਤੋਂ ਵੇਖ ਕੇ ਪਰੇਸ਼ਾਨੀ ਹੋਈ। ਗੱਲ ਦਾ ਖੁਲਾਸਾ ਇਹ ਵੇ, ਅਸੀਂ ਜਿਹੜੇ ਮੁਆਸ਼ਰੇ ਦੇ ਵਿੱਚ ਰਹਿੰਦੇ ਆ, ਘੁੱਟਣ ਦਾ ਮਾਹੌਲ ਹੈ, ਤੰਗ ਜ਼ੇਨ ਲੋਕ ਆਪਣੀ ਪਰੇਸ਼ਾਨੀ ਤੋਂ ਐਡੇ ਪਰੇਸ਼ਾਨ ਨਹੀਂ ਜਿੱਡੇ ਪਰੇਸ਼ਾਨ ਦੂਜੇ ਦੀ ਖੁਸ਼ੀ ਤੋਂ, ਕਿ ਇਹ ਕਿਉਂ ਮੇਰਾ ਮਤਲਬ ਹੈ ਸੁਖੀ ਵਸਦਾ ਪਿਆ, ਇਹ ਕਿਉਂ ਖੁਸ਼ ਵਸਦਾ ਪਿਆ। ਸਹੀ। ਉਂਝ ਦੁਆ ਕਰਨੀ ਚਾਹੀਦੀ ਹੈ ਕਿ ਯਾ ਅੱਲਾ ਇਹਨਾਂ ਨੂੰ ਦਿੱਤਾ ਹੀ ਨਾ,
ਤੇ ਪਾਕਾਂ ਦਾ ਸਦਕਾ ਸਾਡੇ ਤੇ ਵੀ ਰਹਿਮ ਕਰ। ਬਿਲਕੁਲ ਰਹਿਮਤ ਦਾ ਦਰਿਆ ਇਲਾਹੀ ਹਰਦਮ ਵਗਦਾ ਤੇਰਾ, ਜੇ ਇੱਕ ਕਤਰਾ ਬਖਸ਼ ਦੇ ਮੈਨੂੰ ਕੰਮ ਬਣ ਜਾਂਦਾ ਮੇਰਾ। ਉਹਦੇ ਕੋ ਘਾਟਾ ਹੈ ਕਿਸੇ ਸ਼ਾਇਦ, ਕਿਸੇ ਸ਼ਾਇਦ ਦਾ ਘਾਟਾ ਨਹੀਂ।